हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ ਮਾਸਟਰ ਕੇਡਰ ਐਗਜ਼ਾਮ ਹਿਸਟਰੀ ਸਟੱਡੀ ਲੈਕਚਰ ਚੌਥਾ ਹੈ ਜੀ। ਟੌਪਿਕ ਦਾ ਨਾਮ ਸੱਭਿਆਚਾਰ ਅਤੇ ਸੰਸਕ੍ਰਿਤੀ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਆਈ ਬਟਨ ਸ਼ੋ ਹੋਏਗਾ, ਜਿਸ ਤੇ ਕਲਿੱਕ ਕਰਕੇ ਇਸ ਤੋਂ ਪਹਿਲਾਂ ਵਾਲਾ ਭਾਗ ਤੁਸੀਂ ਰੀਡ ਕਰ ਸਕਦੇ ਹੋ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਤੁਹਾਨੂੰ ਇਸੇ ਤਰ੍ਹਾਂ ਲੇਟੈਸਟ ਲੈਕਚਰ ਦੇ ਉੱਤੇ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਸੰਸਕ੍ਰਿਤੀ ਦੀ ਗੱਲ ਕਰਾਂਗੇ। ਸੰਸਕ੍ਰਿਤੀ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ। ਸੰਸਕ੍ਰਿਤੀ ਇੱਕ ਸਮੂਹ ਦੇ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ, ਨਸ਼ਟ ਕੀਤੀ ਜਾ ਸਕਦੀ ਹੈ ਜਾਂ ਵੰਡੀ ਜਾਂਦੀ ਹੈ। ਇਹ ਪਰਿਵਰਤਨਯੋਗ ਹੈ, ਵੱਖ-ਵੱਖ ਪ੍ਰਕਾਰ ਦੀ ਹੈ ਅਤੇ ਸਾਨੂੰ ਕਾਰਨਯੋਗ ਵਿਵਹਾਰਾਂ ਦੇ ਵੱਖ-ਵੱਖ ਤਰੀਕੇ ਪ੍ਰਦਾਨ ਕਰਦੀ ਹੈ। ਇਹ ਪਰਿਵਰਤਿਤ ਹੋ ਸਕਦੀ ਹੈ। ਸੰਸਕ੍ਰਿਤੀ ਵਿੱਚ ਭੌਤਿਕ ਅਤੇ ਗੈਰ ਭੌਤਿਕ ਦੋਨੋਂ ਘਟਕ ਆਉਂਦੇ ਹਨ। ਗਹਿਰੇ ਅਰਥਾਂ ਵਿੱਚ ਇਹ ਸੰਸਕ੍ਰਿਤੀ ਹੀ ਹੈ ਜੋ ਸਾਹਿਤ ਦੇ ਵੱਖ-ਵੱਖ ਰੂਪ, ਜਿਵੇਂ ਕਿ ਰੂਪ ਸੰਗੀਤ, ਨਾਚ, ਕਲਾਕ੍ਰਿਤੀ, ਬੁੱਤ ਤਰਾਸ਼ੀ ਅਤੇ ਵੱਖ-ਵੱਖ ਦੂਜੀਆਂ ਕਲਾਕ੍ਰਿਤੀਆਂ ਨਾਲ ਹੀ ਬਹੁਤ ਸਾਰੇ ਸੰਗਠਨਾਂ ਅਤੇ ਸੰਰਚਨਾਵਾਂ ਨੂੰ ਪੈਦਾ ਕਰਦੀਆਂ ਹਨ, ਜੋ ਸਮਾਜ ਦੀਆਂ ਕਿਰਿਆਵਾਂ ਨੂੰ ਸੁਗਮ ਅਤੇ ਵਿਵਸਥਿਤ ਬਣਾਉਂਦੀ ਹੈ। ਸੰਸਕ੍ਰਿਤੀ ਇੱਕ ਚੰਗਾ ਜੀਵਨ ਜਿਉਣ ਲਈ ਵਿਚਾਰ, ਆਦਰਸ਼ ਅਤੇ ਕਦਰਾਂ ਕੀਮਤਾਂ ਨੂੰ ਜਨਮ ਦਿੰਦੀ ਹੈ। ਆਚਰਣ ਵਿੱਚ ਆਤਮ ਨਿਯੰਤਰਣ, ਦੂਸਰਿਆਂ ਦੀਆਂ ਭਾਵਨਾਵਾਂ, ਅਧਿਕਾਰਾਂ ਦੇ ਪ੍ਰਤੀ ਉਦਾਰ ਹੋਣਾ ਸੰਸਕ੍ਰਿਤੀ ਦੀ ਸਰਬ ਉੱਤਮ ਪਹਿਚਾਣ ਹੈ। ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ। ਸੱਭਿਆਚਾਰ ਵਿਰਾਸਤ ਦਾ ਅਰਥ ਹੈ ਸੰਸਕ੍ਰਿਤੀ ਦੇ ਉਹ ਸਾਰੇ ਪੱਖ ਜਾਂ ਕਦਰਾਂ ਕੀਮਤਾਂ ਜੋ ਮਨੁੱਖ ਦੀ ਅਗਲੀ ਪੀੜ੍ਹੀ ਨੂੰ ਉਹਨਾਂ ਦੇ ਪੂਰਵਜਾਂ ਦੁਆਰਾ ਹਸਤਾਂਤਰਿਤ ਕੀਤੇ ਜਾਂਦੇ ਨੇ। ਵਸਤੂ ਕਲਾ ਸੰਬੰਧੀ ਰਚਨਾਵਾਂ, ਯਾਦਗਾਰਾਂ, ਬੌਧਿਕ ਉਪਲਬਧੀਆਂ, ਦਰਸ਼ਨ ਸ਼ਾਸਤਰ, ਗਿਆਨ ਦੇ ਗ੍ਰੰਥ, ਵਿਗਿਆਨਕ ਖੋਜ ਅਤੇ ਕਾਢ ਆਦਿ ਸਾਰੇ ਵਿਰਾਸਤ ਦੇ ਅੰਗ ਹੁੰਦੇ ਹਨ। ਅੱਗੇ ਗੱਲ ਕਰਾਂਗੇ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ। ਭਾਰਤੀ ਸੰਸਕ੍ਰਿਤੀ ਜੀਵਨ ਦੇ ਸਮਾਨ ਹੀ ਬਹੁਪੱਖੀ ਹੈ। ਇਸ ਵਿੱਚ ਮਨੁੱਖ ਦੇ ਬੌਧਿਕ ਅਤੇ ਸਮਾਜਿਕ ਪੱਖ ਸ਼ਾਮਲ ਹਨ। ਇਹ ਮਨੁੱਖ ਦੀਆਂ ਅੰਤਰਾਤਮਕ ਅਤੇ ਅਧਿਆਤਮਕ ਭਾਵਨਾਵਾਂ ਨੂੰ ਵੀ ਦਰਸਾਉਂਦੀ ਹੈ। ਅਸਲ ਵਿੱਚ ਚਰਿੱਤਰ ਦਾ ਨਿਰਮਾਣ ਕਰਨ ਵਾਲੀ ਸ਼ਕਤੀ ਦੇ ਰੂਪ ਵਿੱਚ ਇਸ ਵਿੱਚ ਅਵਚੇਤਨ ਪ੍ਰਤੀ ਪ੍ਰੇਰਨਾ ਵੀ ਜਿਹੜੀ ਹੈ ਮੌਜੂਦ ਹੁੰਦੀ ਹੈ। ਅਗਲਾ ਪੁਆਇੰਟ ਹੈ, ਭਾਰਤ ਇੱਕ ਅਜਿਹਾ ਵਿਸ਼ਾਲ ਦੇਸ਼ ਹੈ ਜੋ ਖੁਦ ਵਿੱਚ ਭੌਤਿਕ ਅਤੇ ਸਮਾਜਿਕ ਵਾਤਾਵਰਣ ਦੀਆਂ ਅਨੇਕਾਂ ਵੱਖਰਤਾਵਾਂ ਨੂੰ ਸਮਾਏ ਹੋਏ ਹੈ। ਇਹ ਵੱਖਰਤਾ ਭਾਸ਼ਾ, ਪਹਿਰਾਵਾ, ਧਰਮ, ਰੀਤੀ ਰਿਵਾਜ, ਨਾਚ, ਸੰਗੀਤ ਆਦਿ ਅਨੇਕਾਂ ਖੇਤਰਾਂ ਵਿੱਚ ਦਿਖਾਈ ਦਿੰਦੀ ਹੈ। ਭਾਰਤੀ ਸੰਸਕ੍ਰਿਤੀ ਦਾ ਵੱਖਰਾ ਅਤੇ ਬਹੁਪੱਖੀ ਚਰਿੱਤਰ ਇੱਕ ਲੰਬੇ ਸਮੇਂ ਦੇ ਦੌਰਾਨ ਸਾਰੀਆਂ ਵੱਖ-ਵੱਖ ਸੱਭਿਆਚਾਰਕ ਸਮੂਹਾਂ ਦੇ ਵਿਸ਼ਲੇਸ਼ਣ ਦੀ ਹੀ ਦੇਣ ਹੈ। ਭਾਰਤੀ ਸੰਸਕ੍ਰਿਤੀ ਦਾ ਇਹ ਵਿਸ਼ੇਸ਼ ਲੱਛਣ ਅਨੋਖਾਪਣ ਸਾਰੇ ਭਾਰਤੀਆਂ ਲਈ ਅਨਮੋਲ ਅਮਾਨਤ ਹੈ। ਅੱਗੇ ਆਉਂਦਾ ਜੀ ਭਾਰਤੀ ਸੰਸਕ੍ਰਿਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਨਿਰੰਤਰਤਾ ਅਤੇ ਬਦਲਾਅ ਇਹਦੇ ਵਿੱਚ ਹੁੰਦਾ ਰਹਿੰਦਾ ਹੈ ਅਤੇ ਨਿਰੰਤਰ ਚੱਲਦੀ ਰਹਿੰਦੀ ਹੈ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਵਿੱਚ ਅਨੇਕਾਂ ਸੰਸਕ੍ਰਿਤੀਆਂ ਦਾ ਵਿਕਾਸ ਹੋਇਆ। ਇਹਨਾਂ ਵਿੱਚੋਂ ਬਹੁਤ ਸਾਰੀਆਂ ਅਲੋਪ ਹੋ ਗਈਆਂ ਜਾਂ ਹੋ ਰਹੀਆਂ ਹਨ, ਜਾਂ ਉਹਨਾਂ ਦਾ ਸਥਾਨ ਦੂਜੀਆਂ ਸੰਸਕ੍ਰਿਤੀਆਂ ਨੇ ਲੈ ਲਿਆ। ਪਰੰਤੂ ਵੱਡੇ ਬਦਲਾਅ ਅਤੇ ਉਥਲ-ਪੁਥਲ ਦੇ ਬਾਵਜੂਦ ਭਾਰਤੀ ਇਤਿਹਾਸ ਦੀ ਧਾਰਾ ਵਿੱਚ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਨਿਰੰਤਰਤਾ ਦੀ ਇੱਕ ਲੜੀ ਵੇਖੀ ਜਾ ਸਕਦੀ ਹੈ। ਲਗਭਗ 4500 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਹੜੱਪਾ ਸੱਭਿਅਤਾ ਵਧੀ ਫੁੱਲੀ ਸੀ ਅਤੇ ਅੱਜ ਵੀ ਭਾਰਤ ਵਰਸ਼ ਦੇ ਪਿੰਡਾਂ ਦੇ ਮਕਾਨਾਂ ਦੀ ਬਨਾਵਟ ਹੜੱਪਾ ਸਮੇਂ ਦੇ ਮਕਾਨਾਂ ਤੋਂ ਬਹੁਤ ਜ਼ਿਆਦਾ ਭਿੰਨ ਨਹੀਂ ਹੈ। ਇਹ ਭਾਰਤੀ ਸੰਸਕ੍ਰਿਤੀ ਦੀ ਪ੍ਰਾਚੀਨਤਾ ਅਤੇ ਨਿਰੰਤਰਤਾ ਦੀ ਇੱਕ ਚੰਗੀ ਉਦਾਹਰਨ ਹੈ। ਹੜੱਪਾ ਸੰਸਕ੍ਰਿਤੀ ਦੀਆਂ ਕੁਝ ਪ੍ਰਥਾਵਾਂ ਨੇ ਜਿਹੜੀਆਂ ਉਹ ਅੱਜ ਵੀ ਪ੍ਰਚਲਿਤ, ਜਿਵੇਂ ਮਾਤਰ ਦੇਵੀ, ਪਸ਼ੂਪਤੀ ਦੀ ਉਪਾਸਨਾ, ਭਗਤੀ ਆਦਿ। ਵੈਦਿਕ, ਬੁੱਧ ਅਤੇ ਜੈਨ ਧਰਮ ਤੋਂ ਇਲਾਵਾ ਕਈ ਹੋਰ ਦੂਜੇ ਧਰਮਾਂ ਦੀਆਂ ਪਰੰਪਰਾਵਾਂ ਅੱਜ ਵੀ ਪ੍ਰਚਲਿਤ ਹਨ, ਪਰੰਤੂ ਇਸ ਦੇ ਨਾਲ ਬਦਲਦੇ ਤੱਤਾਂ ਨੂੰ ਵੀ ਅਣਦੇਖਿਆ ਨਹੀਂ ਕਰਨਾ ਚਾਹੀਦਾ, ਜਿਵੇਂ ਮੁੰਬਈ ਅਤੇ ਦਿੱਲੀ ਵਰਗੇ ਮਹਾਨਗਰਾਂ ਦੀਆਂ ਬਹੁ-ਮੰਜ਼ਲੀ ਇਮਾਰਤਾਂ ਜੋ ਹੜੱਪਾ ਸੱਭਿਅਤਾ ਦੇ ਇੱਕ ਮੰਜ਼ਿਲਾ ਮਕਾਨਾਂ ਤੋਂ ਕਾਫੀ ਭਿੰਨ ਹਨ।
ਇਹ ਸਾਡੀ ਸੱਭਿਅਤਾ ਵਿੱਚ ਨਿਰੰਤਰਤਾ ਅਤੇ ਬਦਲਾਅ ਦੇ ਨਾਲ ਚੱਲਣ ਦੀ ਇੱਕ ਉਦਾਹਰਨ ਹੈ। ਅਸਲ ਦੇ ਵਿੱਚ ਨਿਰੰਤਰਤਾ ਬਣਾਏ ਰੱਖਣ ਦੇ ਨਾਲ ਪਰਿਵਰਤਨ ਭਾਰਤੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਰਹੀ ਹੈ। ਜਿੱਥੇ ਇੱਕ ਪਾਸੇ ਸੰਸਕ੍ਰਿਤੀ ਦੇ ਦਰਸ਼ਨ ਦੀ ਮੂਲ ਭਾਵਨਾ ਨਿਰੰਤਰ ਰਹੀ ਹੈ, ਉੱਥੇ ਹੀ ਸੰਸਕ੍ਰਿਤੀ ਉਹਨਾਂ ਤੱਤਾਂ ਨੂੰ ਲਗਾਤਾਰ ਬਦਲਦੀ ਰਹੀ ਹੈ ਜੋ ਆਧੁਨਿਕ ਯੁੱਗ ਦੇ ਅਨੁਰੂਪ ਨਹੀਂ ਰਹੇ ਹਨ। ਅਗਲਾ ਪੁਆਇੰਟ ਹੈ, ਸਾਡੇ ਇਤਿਹਾਸ ਵਿੱਚ ਕਈ ਉਤਰਾਅ ਚੜ੍ਹਾਅ ਆਏ ਜਿਨ੍ਹਾਂ ਦੇ ਸਿੱਟੇ ਵਜੋਂ ਕਈ ਅੰਦੋਲਨ ਵਿਕਸਿਤ ਹੋਏ ਅਤੇ ਬਦਲਾਅ ਲਿਆਂਦੇ ਗਏ। 6ਵੀਂ ਸਦੀ ਈਸਵੀ ਪੂਰਵ ਵਿੱਚ ਜੈਨ ਅਤੇ ਬੁੱਧ ਧਰਮ ਦੁਆਰਾ ਵੈਦਿਕ ਧਰਮ ਵਿੱਚ ਪਰਿਵਰਤਨ ਆਧੁਨਿਕ ਭਾਰਤ ਵਿੱਚ 18ਵੀਂ ਅਤੇ 19ਵੀਂ ਸਦੀ ਵਿੱਚ ਹੋਇਆ। ਨਵ ਜਾਗਰਣ ਅਜਿਹੀਆਂ ਉਦਾਹਰਨਾਂ ਹਨ ਜਿਨ੍ਹਾਂ ਦੁਆਰਾ ਭਾਰਤੀ ਚਿੰਤਨ ਅਤੇ ਵਿਵਹਾਰ ਵਿੱਚ ਅਨੇਕਾਂ ਕ੍ਰਾਂਤੀਕਾਰੀ ਪਰਿਵਰਤਨ ਹੋਏ। ਇਹਨਾਂ ਸਭ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਦੇ ਮੂਲ ਦਰਸ਼ਨ ਦਾ ਸੂਤਰ ਟੁੱਟਾ ਨਹੀਂ ਅਤੇ ਜਾਰੀ ਹੈ। ਇਹ ਨਿਰੰਤਰਤਾ ਅਤੇ ਪਰਿਵਰਤਨ ਦਾ ਕ੍ਰਮ ਭਾਰਤੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਰਹੀ ਹੈ। ਇਹ ਸਾਡੀ ਸੰਸਕ੍ਰਿਤੀ ਦੀ ਗਤੀਸ਼ੀਲਤਾ ਦੀ ਪਹਿਚਾਣ ਹੈ। ਅਗਲਾ ਪੁਆਇੰਟ ਹੈ ਜੀ, ਵੱਖਰਤਾ ਅਤੇ ਏਕਤਾ। ਸੰਸਾਰ ਵਿੱਚ ਕੁਝ ਹੀ ਸੰਸਕ੍ਰਿਤੀਆਂ ਵਿੱਚ ਅਜਿਹੀ ਵੱਖਰਤਾ ਹੈ ਜਿਵੇਂ ਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਜਿਨ੍ਹਾਂ ਸਾਹਿਤ ਨੂੰ ਇੱਕ ਮਹਾਨ ਵੱਖਰਤਾ ਪ੍ਰਦਾਨ ਕੀਤੀ ਹੈ। ਦੁਨੀਆ ਦੇ ਸਾਰੇ ਮਹਾਨ ਧਰਮਾਂ ਦੇ ਲੋਕ ਇੱਥੇ ਭਾਈਚਾਰੇ ਦੇ ਨਾਲ ਨਿਵਾਸ ਕਰਦੇ ਹਨ। ਭਾਰਤ ਸੰਸਾਰ ਦੇ ਬਹੁਤ ਸਾਰੇ ਧਰਮਾਂ ਦਾ ਨਿਵਾਸ ਸਥਾਨ ਹੈ, ਜਿਵੇਂ ਜੈਨ ਧਰਮ, ਬੁੱਧ ਧਰਮ, ਸਿੱਖ ਧਰਮ ਅਤੇ ਹਿੰਦੂ ਧਰਮ। ਇੱਥੇ ਅਨੇਕ ਤਰ੍ਹਾਂ ਦੀ ਵਸਤੂ ਕਲਾ, ਮੂਰਤੀ ਕਲਾ, ਚਿੱਤਰਕਲਾ ਦਾ ਨਿਰਮਾਣ ਹੋਇਆ। ਵੱਖ-ਵੱਖ ਪ੍ਰਕਾਰ ਦੇ ਲੋਕ ਸ਼ਾਸਤਰੀ ਸੰਗੀਤ ਅਤੇ ਨਾਚ ਸਾਡੇ ਦੇਸ਼ ਦੇ ਵਿੱਚ ਮੌਜੂਦ ਨੇ। ਇਸ ਤਰ੍ਹਾਂ ਅਨੇਕ ਤਿਉਹਾਰ ਅਤੇ ਪ੍ਰਥਾਵਾਂ ਵੀ ਹਨ। ਇਹ ਵੱਖਰਤਾ ਦੇਸ਼ ਦੀ ਸੰਸਕ੍ਰਿਤੀ ਨੂੰ ਇੱਕ ਪਾਸੇ ਤੋਂ ਸਾਂਝੀ ਅਤੇ ਮਿਸ਼ਰਤ ਬਣਾਉਂਦੀ ਹੈ, ਦੂਸਰੇ ਪਾਸੇ ਇਸ ਨੂੰ ਖੁਸ਼ਹਾਲ ਅਤੇ ਸੁੰਦਰ ਵੀ ਬਣਾਉਂਦੀ ਹੈ। ਤਾਂ ਸਾਡੀ ਜਿਹੜੀ ਸੰਸਕ੍ਰਿਤੀ ਇਹਦੇ ਵਿੱਚ ਇੰਨੀ ਵੱਖਰਤਾ ਦੇ ਅਨੇਕਾਂ ਕਾਰਨ ਹਨ। ਦੇਸ਼ ਦੀ ਵਿਸ਼ਾਲਤਾ, ਭੂਗੋਲਿਕ ਅਤੇ ਜਲਵਾਯੂ ਸੰਬੰਧੀ ਵਿਸ਼ੇਸ਼ਤਾ ਦੀ ਭਿੰਨਤਾ ਇਸ ਵੱਖਰਤਾ ਦਾ ਇੱਕ ਪ੍ਰਮੁੱਖ ਕਾਰਨ ਹੈ। ਭਿੰਨ ਨਿਰਜਾਤੀ ਸਮੂਹਾਂ ਦਾ ਪਰਸਪਰ ਮਿਲ ਜਾਣਾ ਸਾਡੀ ਸੱਭਿਆਚਾਰਕ ਵੱਖਰਤਾ ਦਾ ਦੂਸਰਾ ਮਹੱਤਵਪੂਰਨ ਘਟਕ ਹੈ। ਅਨੰਤ ਕਾਲ ਤੋਂ ਦੂਜੇ ਸਥਾਨਾਂ ਤੋਂ ਲੋਕ ਇੱਥੇ ਆ ਕੇ ਵਸਦੇ ਰਹੇ। ਅਸੀਂ ਇੱਥੇ ਪ੍ਰੋਟੋ ਆਸਟ੍ਰੇਲਾਡ, ਨੀਗਰੋ, ਮੰਗੋਲੀਆ ਵਰਗੀਆਂ ਆਦਿਮ ਪ੍ਰਜਾਤੀਆਂ ਨਾਲ ਸੰਬੰਧਿਤ ਲੋਕਾਂ ਨੂੰ ਪਾਉਂਦੇ ਹਨ। ਵੱਖ-ਵੱਖ ਨਿਰਜਾਤੀ ਸਮੂਹ ਜਿਵੇਂ ਇਰਾਨੀ, ਗਰੀਕ, ਕੁਸ਼ਾਨ, ਸ਼ਕ, ਹੂਣ, ਅਰਬੀ, ਤੁਰਕੀ, ਮੁਗਲ ਅਤੇ ਯੂਰਪੀਅਨ ਵੀ ਇਕੱਠੇ ਆਏ ਅਤੇ ਉਹ ਇੱਥੇ ਹੀ ਵਸ ਗਏ। ਇੱਥੋਂ ਦੇ ਸਥਾਨਕ ਨਿਵਾਸੀਆਂ ਦੇ ਨਾਲ ਘੁਲ ਮਿਲ ਗਏ। ਦੂਜੀਆਂ ਸੰਸਕ੍ਰਿਤੀਆਂ ਦੇ ਲੋਕ ਆਪਣੇ ਸੱਭਿਆਚਾਰਕ ਗੁਣਾਂ, ਚਿੰਤਨ, ਵਿਚਾਰਾਂ ਦੇ ਨਾਲ ਆਏ ਸਨ ਜੋ ਇੱਥੋਂ ਦੀ ਸੰਸਕ੍ਰਿਤੀ ਦੇ ਨਾਲ ਸਮਾਯੋਜਿਤ ਹੋ ਗਏ। ਸਿਲਾਈ ਕੀਤੀਆਂ ਹੋਈਆਂ ਪੋਸ਼ਾਕਾਂ ਜਿਵੇਂ ਸਲਵਾਰ, ਕੁਰਤਾ, ਟੋਪੀ ਆਦਿ ਕੇਵਲ ਈਸਾ ਪੂਰਵ ਦੂਸਰੀ ਸਦੀ ਦੇ ਕੋਸਾਵਾਂ, ਸ਼ਕਾਂ, ਪਾਰਥਨੀਆਂ ਦੁਆਰਾ ਭਾਰਤ ਵਿੱਚ ਲਿਆਂਦੀਆਂ ਗਈਆਂ ਸਨ। ਪਹਿਲਾਂ ਭਾਰਤੀ ਬਿਨਾਂ ਸਿਲਾਈ ਦੇ ਕੀਤੇ ਹੋਏ ਕੱਪੜੇ ਪਾਉਂਦੇ ਸਨ। ਆਧੁਨਿਕ ਪੋਸ਼ਾਕ ਜਿਵੇਂ ਕਿ ਪੈਂਟ ਸ਼ਰਟ, ਸਕਰਟ ਯੂਰਪੀ ਲੋਕਾਂ ਦੁਆਰਾ 18ਵੀਂ ਸਦੀ ਦੇ ਵਿੱਚ ਲਿਆਂਦੀਆਂ ਗਈਆਂ ਸਨ। ਭਾਰਤ ਨੇ ਸਦੀਆਂ ਤੋਂ ਹਮੇਸ਼ਾ ਦੂਜੇ ਵਿਚਾਰਾਂ ਨੂੰ ਅਪਣਾਉਣ ਦੀ ਆਪਣੀ ਅਸਾਧਾਰਨ ਸਮਰੱਥਾ ਨੂੰ ਦਿਖਾਇਆ ਹੈ। ਇਸ ਨੇ ਸਾਡੀ ਸੰਸਕ੍ਰਿਤੀ ਨੂੰ ਖੁਸ਼ਹਾਲ ਅਤੇ ਵੱਖਰਾ ਬਣਾਇਆ। ਬਾਹਰਲੀਆਂ ਸੰਸਕ੍ਰਿਤੀਆਂ ਦੇ ਨਾਲ ਸੰਪਰਕ ਨਾਲ ਭਾਰਤ ਦੇ ਅੰਦਰਲੇ ਵੱਖ-ਵੱਖ ਖੇਤਰਾਂ ਦੀਆਂ ਸੰਸਕ੍ਰਿਤੀਆਂ ਵਿੱਚ ਵੀ ਆਦਾਨ ਪ੍ਰਦਾਨ ਹੁੰਦਾ ਰਿਹਾ। ਲਖਨਊ ਦੇ ਵਿੱਚ ਚਿਕਨ ਦਾ ਕੰਮ, ਪੰਜਾਬ ਦੀ ਫੁਲਕਾਰੀ, ਬੰਗਾਲ ਦੀ ਕਾਥਾ ਕਢਾਈ, ਉੜੀਸਾ ਦਾ ਪਟੋਲਾ ਵਰਗੀਆਂ ਵੱਖਰਤਾਵਾਂ ਇੱਕ ਖਾਸ ਖੇਤਰੀ ਵਿਸ਼ੇਸ਼ਤਾਵਾਂ ਦਾ ਅਹਿਸਾਸ ਕਰਾਉਂਦੀਆਂ ਨੇ। ਭਾਰਤ ਦੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਕੇਂਦਰ ਆਪਣੀਆਂ ਵਿਸ਼ੇਸ਼ਤਾਵਾਂ ਦੇ ਬਾਵਜੂਦ ਪੂਰਨ ਤੌਰ 'ਤੇ ਅਲਗਾਵ ਵਿੱਚ ਵਿਕਸਿਤ ਨਹੀਂ ਹੋਏ ਸਨ। ਖੇਤਰੀ ਭੂਗੋਲਿਕ ਵਿਰੋਧਾਂ ਦੇ ਬਾਵਜੂਦ ਇੱਥੇ ਦੇ ਲੋਕ ਵਪਾਰ ਅਤੇ ਤੀਰਥ ਯਾਤਰਾ ਲਈ ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਆਉਂਦੇ ਜਾਂਦੇ ਰਹੇ ਸਨ।
ਕੁਝ ਇਲਾਕੇ ਸ਼ਾਸਕਾਂ ਦੀਆਂ ਜਿੱਤਾਂ ਅਤੇ ਸੰਧੀਆਂ ਦੇ ਕਾਰਨ ਇੱਕ ਦੂਸਰੇ ਨਾਲ ਜੁੜ ਗਏ। ਲੋਕਾਂ ਨੇ ਇੱਕ ਸਥਾਨ ਤੋਂ ਦੂਸਰੇ ਸਥਾਨਾਂ ਤੱਕ ਸੱਭਿਆਚਾਰਕ ਆਚਾਰ ਵਿਵਹਾਰ ਅਤੇ ਵਿਚਾਰਾਂ ਨੂੰ ਸੰਚਾਰਿਤ ਕੀਤਾ। ਸੋ ਇਹਦੀ ਬਾਕੀ ਜਾਣਕਾਰੀ ਜਿਹੜੀ ਤੁਹਾਨੂੰ ਅਸੀਂ ਅਗਲੇ ਲੈਕਚਰ ਦੇ ਵਿੱਚ ਪ੍ਰੋਵਾਈਡ ਕਰਾਂਗੇ, ਕਿਉਂਕਿ ਵੀਡੀਓ ਜਿਹੜੀ ਉਹ ਜ਼ਿਆਦਾ ਲੌਂਗ ਹੋ ਜਾਂਦੀ ਹੈ। ਸੋ ਅਗਲੇ ਲੈਕਚਰ ਦੇ ਵਿੱਚ ਇਹ ਟੌਪਿਕ ਜਿਹੜਾ ਕੰਪਲੀਟ ਹੋ ਜਾਏਗਾ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਧੰਨਵਾਦ।